ਸਿਰ ਨੂੰ ਹਿਲਾਇਆ, ਸੰਤ ਸਰਾਪ ਨਾ ਜਾਏ ਮਿਟਾਇਆ, ਸੰਤ ਸਰਾਪ ਨਾ ਜਾਤ ਮਿਟਾਇਆ। ਭਾਈ ਸੁਬੇਗ ਸਿੰਘ ਨੇ ਜਦੋਂ ਸਾਰੀ ਗੱਲ ਸੁਣੀ ਤੇ ਭਾਈ ਸੁਬੇਗ ਸਿੰਘ ਜੀ ਕਹਿਣ ਲੱਗਾ, ਜ਼ਕਰੀਆ ਖਾਂ, ਇਹ ਮਹਾਂਪੁਰਸ਼ਾਂ ਦੇ ਬਚਨ ਹਨ, ਬੰਦਗੀ ਕਰਨ ਵਾਲਿਆਂ ਦੇ ਬਚਨ ਹਨ, ਤੇ ਬੰਦਗੀ ਕਰਨ ਵਾਲਿਆਂ ਦੇ ਬਚਨਾਂ ਨੂੰ ਟਾਲਿਆ ਨਹੀਂ ਜਾ ਸਕਦਾ। ਉਹ ਬਚਨ ਅਟਲ ਹਨ, ਕਿਉਂਕਿ ਇੱਕ ਸਾਧ ਬਚਨ ਅਟਲਾਦਾ, ਸਾਧ ਦਾ ਬਚਨ ਅਟਲ ਹੈ, ਉਹ ਪੂਰਾ ਹੋਣਾ ਹੀ ਹੋਣਾ ਹੈ। ਸੁਤੋ ਸ਼ੇਰ ਨਾ ਚਹਿ ਜਗਾਇਆ, ਸੁਤੋ ਸ਼ੇਰ ਨਾ ਚਹੀਏ ਜਗਾਇਆ। ਭਾਈ ਰਤਨ ਸਿੰਘ ਜੀ ਕਹਿੰਦੇ, ਭਾਈ ਸੁਬੇਗ ਸਿੰਘ ਜ਼ਕਰੀਆ ਖਾਨ ਨੂੰ ਕਹਿੰਦਾ ਹੈ, ਜ਼ਕਰੀਆ ਖਾਨ, ਸੁੱਤਾ ਹੋਇਆ ਸ਼ੇਰ ਕਦੀ ਵੀ ਜਗਾਉਣਾ ਨਹੀਂ ਚਾਹੀਦਾ, ਕਿਉਂਕਿ ਜਾਗਦਾ ਹੋਇਆ ਸ਼ੇਰ ਵੀ ਖਤਰਨਾਕ ਹੈ ਤੇ ਸੁੱਤਾ ਹੋਇਆ ਸ਼ੇਰ ਉਹਨੂੰ ਵੀ ਜ਼ਿਆਦਾ ਖਤਰਨਾਕ ਹੈ। ਤੇ ਕਦੀ ਵੀ ਸੁੱਤੇ ਹੋਏ ਸ਼ੇਰ ਨੂੰ ਜਗਾਉਣਾ ਨਹੀਂ ਚਾਹੀਦਾ, ਕਿਉਂਕਿ ਸੁੱਤੇ ਹੋਏ ਸ਼ੇਰ ਨੂੰ ਜਗਾਵਾਂਗੇ ਤਾਂ ਸ਼ੇਰ ਨੇ ਸ਼ਿਕਾਰ ਕਰਨਾ ਹੀ ਕਰਨਾ ਹੈ, ਸ਼ੇਰ ਨੇ ਫਿਰ ਮਾਰਨਾ ਹੀ ਮਾਰਨਾ ਹੈ। ਤੇ ਤੂੰ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਿਆ ਹੈ ਤੇ ਭਾਈ ਤਾਰੂ ਸਿੰਘ ਦੇ ਕਹੇ ਹੋਏ ਜੋ ਬਚਨ ਹਨ ਉਹ ਟਲ ਹੋਣੇ ਹਨ। ਤੇ ਤੂੰ ਹੁਣ ਜਿਹੜਾ ਵਾ ਸੁੱਤੇ ਹੋਏ ਸ਼ੇਰ ਨੂੰ ਹੋਰ ਨਾ ਜਗਾ। ਨਵਾਬ ਤਬੈ ਲਾਵਣ ਲੱਗੋ ਸੁਬੇਗ ਸਿੰਘ ਪਰ ਹਾਥ, ਨਵਾਬ ਤਬੈ ਲਾਵਣ ਲੱਗੋ ਸੁਬੇਗ ਸਿੰਘ ਪਗ ਹਾਥ। ਭਾਈ ਸੁਬੇਗ ਸਿੰਘ ਜੀ ਦੀ ਗੱਲ ਸੁਣ ਕੇ ਜ਼ਕਰੀਆ ਖਾਨ ਤਰਲਿਆਂ ਤੇ ਆ ਗਿਆ, ਮਿੰਨਤਾਂ ਤੇ ਆ ਗਿਆ ਅਤੇ ਇੱਥੋਂ ਤੱਕ ਭਾਈ ਸੁਬੇਗ ਸਿੰਘ ਜੀ ਦੇ ਪੈਰਾਂ ਤੇ ਹੱਥ ਲਾ ਕੇ ਕਹਿਣ ਲੱਗਾ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਇਸ ਦੁੱਖ ਤੋਂ ਬਚਾ ਲਵੋ। ਚੌਪਈ ਸੁਬੇਗ ਸਿੰਘ ਜੀ ਇਹ ਆਇਆ, ਸੁਬੇਗ ਸਿੰਘ ਜੀ ਜੈ ਆਈ। ਸੁਬੇਗ ਸਿੰਘ ਦੇ ਮਨ ਦੇ ਵਿੱਚ ਫਿਰ ਇੱਕ ਵਿਚਾਰ ਆਈ, ਨਵਾਬ ਕਹਿਓ ਤੁਮ ਕਹੋ ਜਾਈ, ਨਵਾਬ ਕਹਿਓ ਤੁਮ ਕਹਿਓ ਜਾਈ। ਤੇ ਸੁਬੇਗ ਸਿੰਘ ਨੇ ਇਹ ਵਿਚਾਰ ਕੀਤੀ, ਗੁਰੂ ਸਿਧਾਂਤਾਂ ਦੇ ਪਹਿਰੇ ਤੇ ਪਹਿਰਾ ਦਿੰਦਿਆਂ ਹੋਇਆ, ਗੁਰੂ ਸਿਧਾਂਤਾਂ ਦੀ ਕਮਾਈ ਨੂੰ ਚੇਤੇ ਕਰਦਿਆਂ ਹੋਇਆ ਕਿ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਕੋਈ ਸ਼ਰਨ ਵਿੱਚ ਆਵੇ ਉਹਦੀ ਲਾਜ ਰੱਖਣੀ ਹੈ, ਉਹਨੂੰ ਉਹਦੀ ਮਦਦ ਕਰਨੀ ਹੈ। ਤੇ ਸੁਬੇਗ ਸਿੰਘ ਜੀ ਨੇ ਇਹ ਵਿਚਾਰ ਕੀਤੀ ਕਿ ਚਲੋ ਇੱਕ ਵਾਰੀ ਇਹਦੇ ਵਾਸਤੇ ਤਰਲਾ, ਇਹਦੇ ਵਾਸਤੇ ਬੇਨਤੀ ਨੂੰ ਭਾਈ ਤਾਰੂ ਸਿੰਘ ਜੀ ਤੱਕ ਪਹੁੰਚਾ ਕੇ ਵੇਖ ਲੈਨੇ ਹਾਂ। ਨਵਾਬ ਕਹਿਓ ਮੁਝ ਕਰੋ ਸਲਾਮ, ਨਵਾਬ ਕਹਿਓ ਮੁਝ ਕਰੋ ਸਲਾਮ। ਨਵਾਬ ਕਹਿਣ ਲੱਗਾ, ਭਾਈ ਸੁਬੇਗ ਸਿੰਘ ਜੀ, ਮੇਰੇ ਵਾਸਤੇ ਮੇਰੇ ਵੱਲੋਂ ਭਾਈ ਤਾਰੂ ਸਿੰਘ ਜੀ ਨੂੰ ਸਲਾਮ ਕਰ ਦੇਣੀ, ਉਹਨਾਂ ਨੂੰ ਮੇਰੇ ਵੱਲੋਂ ਮੇਰੀ ਨਮਸਕਾਰ ਕਰਨੀ। ਬਖਸ਼ੋ ਮੋਹ ਅਬ ਦੇਹੋ ਆਰਾਮ, ਬਖਸ਼ੋ ਮੋਹ ਅਬ ਦੇਹੋ ਆਰਾਮ। ਮੇਰੀ ਬੇਨਤੀ ਨੂੰ ਕਰਨਾ ਅਤੇ ਮੈਨੂੰ ਬਖਸ਼ ਦਿੱਤਾ ਜਾਵੇ ਅਤੇ ਇਸ ਰੋਗ ਵੱਲੋਂ ਮੈਨੂੰ ਆਰਾਮ ਦਿੱਤਾ ਜਾਵੇ। ਮੁਝ ਖਾਤਰ ਹਮ ਕਦਮੀ ਲਾਇਓ, ਮੁਝ ਖਾਤਰ ਹੱਥ ਕਦਮੀ ਲਾਇਓ। ਮੇਰੇ ਵੱਲੋਂ ਮੇਰੇ ਆਪਣੇ ਹੱਥ ਤੁਸੀਂ ਭਾਈ ਤਾਰੂ ਸਿੰਘ ਜੀ ਦੇ ਕਦਮਾਂ ਤੇ ਲਾ ਦੇਣੇ। ਜੋ ਚਾਹੋ ਸੋ ਕਰਾਰ ਬੰਦਾਇਓ, ਜੋ ਚਾਹੋ ਸੋ ਕਰਾਰ ਬੰਦਾਇਓ। ਤੇ ਜੋ ਕੁਝ ਵੀ ਤੁਸੀਂ ਕਹੋਗੇ, ਜੋ ਕੁਝ ਕਰਨ ਵਾਸਤੇ ਕਹੋਗੇ, ਉਹ ਮੈਂ ਕਰਾਰ ਕਰਨ ਵਾਸਤੇ ਰਾਜੀ ਹਾਂ ਤੇ ਉਹਨਾਂ ਕਰਾਰਾਂ ਤੇ ਉਹਨਾਂ ਬਚਨਾਂ ਤੇ ਮੈਂ ਪੂਰਾ ਵੀ ਉਤਰਾਂਗਾ। ਮੈਂ ਕਦੀ ਵੀ ਹੁਣ ਕਿਸੇ ਨੂੰ ਮਾਰਾਂਗਾ ਨਹੀਂ, ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦਵਾਂਗਾ, ਕਿਸੇ ਬੇਦੋਸ਼ੇ ਦੇ ਨਾਲ ਧੱਕਾ ਨਹੀਂ ਕਰਾਂਗਾ। ਮੈਂ ਇਮਾਨਦਾਰੀ ਦੇ ਨਾਲ ਹੀ ਰਾਜ ਕਰਾਂਗਾ। ਬਸ ਇੱਕ ਵਾਰੀ ਮੈਨੂੰ ਇਸ ਦੁੱਖ ਤੋਂ ਬਚਾ ਕੇ ਮੈਨੂੰ ਆਰਾਮ ਦਿੱਤਾ ਜਾਵੇ, ਮੈਨੂੰ ਬਚਾ ਲਿਆ ਜਾਵੇ। ਤੇ ਜੋ ਕੁਝ ਵੀ ਤੁਸੀਂ ਲਿਖਾਉਣਾ ਚਾਹੋਗੇ ਉਹ ਕੁਝ ਲਿਖ ਕੇ ਮੈਂ ਉਹਨਾਂ ਗੱਲਾਂ ਉੱਤੇ ਪਹਿਰਾ ਦੇਣ ਵਾਸਤੇ ਤਿਆਰ ਹਾਂ। ਫਿਰ ਸਿੰਘਨ ਕੋ ਮੈਂ ਨਹਿ ਮਾਰੋ, ਫਿਰ ਸਿੰਘਨ ਕੋ ਮੈਂ ਨਹਿ ਮਾਰੋ। ਫਿਰ ਮੈਂ ਕਦੇ ਵੀ ਕਿਸੇ ਸਿੱਖ ਨੂੰ ਮਾਰਾਂਗਾ ਨਹੀਂ। ਜੋ ਰਾਖੇ ਤਮ ਸੀਸ ਹਮਾਰੋ, ਜੋ ਰੱਖੋ ਤੁਮ ਸਾਸ ਹਮਾਰੋ। ਤੁਸੀਂ ਬਸ ਮੇਰੇ ਸਵਾਸ ਰੱਖ ਲਵੋ, ਮੇਰੀ ਜਾਨ ਬਚਾ ਲਵੋ, ਕਿਸੇ ਨਾ ਕਿਸੇ ਤਰੀਕੇ ਮੇਰੀ ਜਿੰਦ ਬਚ ਜਾਵੇ। ਜੇ ਤੁਮ ਹਮਕੋ ਬਖਸ਼ੋ ਨਾਹੀ, ਜੇ ਤੁਮ ਹਮਕੋ ਬਖਸ਼ੋ ਨਾਹੀ। ਤੇ ਜੇ ਤੁਸੀਂ ਸਾਨੂੰ ਨਹੀਂ ਬਖਸ਼ ਸਕਦੇ ਤੇ ਸਾਸ ਹਮਾਰੇ ਦੁਖ ਸੋ ਨਾ ਜਾਹੀ,
ਤੋ ਸੌਸ ਹਮਾਰੇ ਦੁਖ ਸੋ ਜਾਹੀ। ਤੇ ਫਿਰ ਮੇਰੇ ਸਵਾਸ ਬੇਸ਼ੱਕ ਨਿਕਲ ਜਾਣ, ਪਰ ਨਿਕਲ ਜਿਹੜੇ ਦੁੱਖ ਤੋਂ ਬਿਨਾ ਹੀ। ਇਸ ਦੁੱਖ ਦਾ ਮੈਨੂੰ ਸਾਹਮਣਾ ਨਾ ਕਰਨਾ ਪਵੇ। ਬੇਸ਼ੱਕ ਮੈਨੂੰ ਜਿਹੜਾ ਮਾਰ ਦਿੱਤਾ ਜਾਵੇ, ਮੇਰੇ ਪ੍ਰਾਣ ਕੱਢ ਲਏ ਜਾਣ, ਪਰ ਆਹ ਜਿਹੜਾ ਦੁੱਖ ਮੈਨੂੰ ਮਿਲਿਆ ਹੋਇਆ, ਇਸ ਦੁੱਖ ਤੋਂ ਖਹਿੜਾ ਛੁੱਟ ਜਾਵੇ ਤੇ ਬੇਸ਼ੱਕ ਮੈਨੂੰ ਜਿਹੜਾ ਵਾ ਖਤਮ ਕਰ ਦਿੱਤਾ ਜਾਵੇ। ਕਿਉਂਕਿ ਹਰੇਕ ਇਨਸਾਨ ਇਹ ਚਾਹੁੰਦਾ ਹੈ ਕਿ ਮੈਨੂੰ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ, ਸੁੱਖ ਦੀ ਹੀ ਮੈਂ ਜ਼ਿੰਦਗੀ ਬਤੀਤ ਕਰਾਂ, ਸੁੱਖ ਦੇ ਵਿੱਚ ਹੀ ਮੈਂ ਸਾਰੀ ਉਮਰ ਨੂੰ ਗੁਜ਼ਾਰਾਂ, ਸੁੱਖ ਹੀ ਹੰਢਾਵਾਂ ਤੇ ਅੰਤਲੇ ਸਮੇਂ ਵਿੱਚ ਸੁੱਖ ਦੇ ਨਾਲ ਹੀ ਮੈਂ ਮਰ ਜਾਵਾਂ। ਭਾਵ ਕਿ ਹਰੇਕ ਮਨੁੱਖ ਦੀ ਇਹ ਇੱਛਾ ਹੈ ਤੇ ਸਾਰੀ ਉਮਰ ਮਨੁੱਖ ਸੁੱਖ ਦੇ ਲਈ ਹੀ ਉਪਰਾਲਾ ਕਰਦਾ ਹੈ, ਸੁੱਖ ਵਾਸਤੇ ਹੀ ਮਨੁੱਖ ਭੱਜ ਦੌੜ ਕਰਦਾ ਹੈ ਕਿ ਮੇਰੇ ਤੋਂ ਸੁੱਖ ਹੀ ਰਵੇ, ਕਦੇ ਦੁੱਖ ਨਾ ਆਵੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਨੇ ਇੱਕ ਬਚਨ ਵੀ ਕਿਹਾ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁੱਖ ਵਾਸਤੇ ਹਰੇਕ ਮਨੁੱਖ ਨੇ ਯਤਨ ਕੀਤਾ ਹੈ, ਉਪਰਾਲਾ ਕੀਤਾ ਹੈ, ਤੇ ਦੁੱਖ ਵਾਸਤੇ ਅੱਜ ਤੱਕ ਕਿਸੇ ਨੇ ਉਪਰਾਲਾ ਨਹੀਂ ਕੀਤਾ ਤੇ ਨਾ ਹੀ ਮਨੁੱਖ ਕਰਕੇ ਰਾਜੀ ਹੈ। ਕਿਉਂਕਿ ਦੁੱਖ ਕਿਸੇ ਨੂੰ ਚਾਹੀਦਾ ਹੀ ਨਹੀਂ ਹੈ, ਹਰੇਕ ਨੂੰ ਸੁੱਖ ਚਾਹੀਦਾ ਹੈ। ਪਰ ਪ੍ਰਮਾਤਮਾ ਦੀ ਜਿਹੜੀ ਖੇਡ ਹੈ, ਮਨੁੱਖ ਜਿੰਨਾ ਮਰਜ਼ੀ ਸੁੱਖ ਮੰਗ ਲਵੇ, ਮਨੁੱਖ ਜਿੰਨੀਆਂ ਸਹੂਲਤਾਂ ਮਰਜ਼ੀ ਮੰਗ ਲਵੇ, ਪਰ ਜਿਹੜਾ ਦੁੱਖ ਪ੍ਰਮਾਤਮਾ ਨੇ ਨਾਲ ਜੋ ਬਣਾਇਆ ਹੈ, ਉਹ ਮਨੁੱਖ ਦੇ ਕੋਲ ਆਉਣਾ ਹੀ ਆਉਣਾ ਹੈ। ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਸੁੱਖ ਤੇ ਦੁੱਖ ਦੋ ਕੱਪੜੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਮਨੁੱਖ ਦੀ ਝੋਲੀ ਵਿੱਚ ਪਾਇਆ ਹੈ। ਮਨੁੱਖ ਭਾਵੇਂ ਇਹਨਾਂ ਚੀਜ਼ਾਂ ਦੀ ਪਛਾਣ ਨਹੀਂ ਕਰਦਾ ਤੇ ਸੁੱਖ ਦੇ ਉਪਰਾਲੇ ਕਰਦਾ ਰਹਿੰਦਾ ਹੈ ਤੇ ਦੁੱਖ ਆਪਣੇ ਆਪ ਹੀ ਆ ਜਾਂਦਾ ਹੈ। ਹਰੇਕ ਮਨੁੱਖ ਚਾਹੁੰਦਾ ਹੈ ਕਿ ਮੈਂ ਦੁਖੀ ਹੋ ਕੇ ਨਾ ਮਰਾਂ, ਸੁਖੀ ਦੇ ਨਾਲ ਹੀ ਮਰ ਜਾਵਾਂ। ਪਰ ਸਤਿਗੁਰੂ ਜੀ ਕਹਿੰਦੇ ਜੇ ਸੁੱਖ ਦੇ ਨਾਲ ਮਰਨਾ ਹੈ ਤੇ ਉਹਦੇ ਵਾਸਤੇ ਫਿਰ ਇੱਕ ਉਪਰਾਲਾ ਤੇ ਤੈਨੂੰ ਕਰਨਾ ਹੀ ਪੈਣਾ ਹੈ। ਉਹ ਉਪਰਾਲਾ ਹੈ ਨਿਰਮਲ ਕਰਮ ਕਰ। ਸਤਿਗੁਰੂ ਜੀ ਕਹਿੰਦੇ ਨਿਰਮਲ ਕਰਮ ਕਰ। ਜੇ ਤੂੰ ਸੁੱਖ ਦੇ ਨਾਲ ਮਰਨਾ ਚਾਹੁੰਦਾ ਵਾ, ਕਿਉਂਕਿ ਜੇ ਸੁੱਖ ਦੇ ਨਾਲ ਮੌਤ ਚਾਹੀਦੀ ਹੈ ਤੇ ਫਿਰ ਚੰਗੇ ਕੰਮ ਹੀ ਕਰਨੇ ਪੈਣੇ ਹਨ, ਤੇ ਜੇ ਮਾੜੇ ਕੰਮ ਕਰਾਂਗੇ ਤੇ ਫਿਰ ਮਾੜੇ ਕਰਮਾਂ ਦਾ ਨਤੀਜਾ ਤੇ ਫਿਰ ਅੰਤਲੇ ਸਮੇਂ ਆਉਣਾ ਹੀ ਆਉਣਾ ਹੈ। ਕਿਉਂਕਿ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕਰਮਾਂ ਦੀ ਸਾਰੀ ਖੇਡ ਹੈ ਤੇ ਅੰਤ ਵਾਸਤੇ ਜਿਹੋ ਜੀ ਆਪਾਂ ਖੇਤੀ ਬੀਜਾਂਗੇ, ਫਸਲ ਵੀ ਉਹੋ ਜਿਹੀ ਪ੍ਰਾਪਤ ਹੋਵੇਗੀ। ਤੇ ਜੇ ਸਾਨੂੰ ਦੁੱਖ ਨਹੀਂ ਚਾਹੀਦੇ, ਸੁੱਖ ਚਾਹੀਦਾ ਹੈ, ਤੇ ਫਿਰ ਚੰਗੇ ਕੰਮ ਕਰਨੇ ਪੈਣੇ ਹਨ। ਤੇ ਜੇ ਦੁੱਖ ਲੈਣਾ ਹੈ ਤੇ ਫਿਰ ਮਨੁੱਖ ਮਾੜੇ ਕਰਮ ਦੇ ਅੱਗੇ ਹੀ ਕਰਦਾ ਹੈ। ਪਰ ਸਤਿਗੁਰੂ ਵਰਤਦੇ ਹਨ ਕਿ ਮਾੜੇ ਕਰਮ ਨਾ ਕਰੀ। ਜੇ ਚੰਗੇ ਜੀਵਨ ਨੂੰ ਜਿਉਣਾ ਚਾਹੁੰਦਾ ਵਾ, ਸੁੱਖ ਭਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਵਾ, ਤੇ ਫਿਰ ਚੰਗੇ ਕੰਮ ਕਰੀ, ਮਾੜੇ ਕੰਮ ਨਾ ਕਰੀ। ਤੇ ਜ਼ਕਰੀਆ ਖਾਨ ਜਿਨੇ ਸਾਰੀ ਉਮਰ ਮਾੜੇ ਕਰਮ ਕੀਤੇ ਹਨ ਤੇ ਉਹ ਕਹਿ ਰਿਹਾ ਹੈ ਕਿ ਮੇਰੀ ਮੌਤ ਜਿਹੜੀ ਉਹ ਸੁੱਖ ਦੀ ਬਤੀਤ ਹੋ, ਸੁੱਖ ਦੀ ਆਵੇ, ਮੈਨੂੰ ਦੁੱਖ ਦੇ ਨਾਲ ਮੌਤ ਨਾ ਆਵੇ। ਮੈਂ ਸੁੱਖ ਦੇ ਕਰਕੇ ਹੀ ਮਰਨਾ ਚਾਹੁੰਦਾ ਹਾਂ। ਮਰੋ ਸਹੀ ਪਰ ਛੁੱਟੇ ਪਿਛਾਪ, ਮਰੋ ਸਹੀ ਪਰ ਛੁੱਟੇ ਪਿਸ਼ਾਬ। ਮੈਂ ਮਰ ਜਾਵਾਂ, ਬੇਸ਼ੱਕ ਮਰ ਜਾਵਾਂ, ਪਰ ਜਿਹੜਾ ਪਿਸ਼ਾਬ ਦਾ ਮੈਨੂੰ ਰੋਗ ਲੱਗਾ ਹੋਇਆ ਹੈ, ਇਹ ਮੇਰਾ ਛੁੱਟ ਜਾਵੇ। ਜਾਵੇ ਜਿੰਦ ਪਰ ਬਿਨਾ ਅਜਾਬ, ਜਾਵੇ ਜਿੰਦ ਪਰ ਬਿਨਾ ਅਜਾਬ। ਅਜਾਬ ਤੋਂ ਭਾਵ ਹੁੰਦਾ ਹੈ ਦੁੱਖ। ਜਿੰਦ ਭਾਵੇਂ ਚਲੇ ਜਾਵੇ, ਮੌਤ ਭਾਵੇਂ ਆ ਜਾਵੇ, ਪਰ ਮੇਰੀ ਜਿੰਦ ਨੂੰ ਮੈਨੂੰ ਦੁੱਖ ਨਹੀਂ ਲੱਗਣਾ ਚਾਹੀਦਾ। ਦੁਖੀ ਹੋ ਕੇ ਮੈਂ ਨਹੀਂ ਮਰਨਾ ਚਾਹੁੰਦਾ। ਦੋਹਰਾ ਨਵਾਬ ਕਹੀ ਸੋ ਸਭ ਕਹੀ, ਸੁਬੇਗ ਸਿੰਘ ਨੇ ਜਾਏ। ਨਵਾਬ ਕਹੀ ਸੋ ਸਭ ਕਹੀ, ਸੁਬੇਗ ਸਿੰਘ ਨੇ ਜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਸੁਬੇਗ ਸਿੰਘ ਜੀ ਨੇ ਸਾਰੀ ਗੱਲਬਾਤ ਨਵਾਬ ਦੀ ਸੁਣੀ ਤੇ ਨਵਾਬ ਦੀ ਗੱਲ ਸੁਣਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੇ ਕੋਲ ਭਾਈ ਸੁਬੇਗ ਸਿੰਘ ਜੀ ਆਇਆ ਹੈ। ਇੱਥੇ ਵੈਸੇ ਵਿਦਵਾਨਾਂ ਦੀਆਂ ਦੋ ਰਾਏ ਹਨ। ਕਈ ਵਿਦਵਾਨ ਮੰਨਦੇ ਹਨ ਕਿ ਭਾਈ ਸੁਬੇਗ ਸਿੰਘ ਜੀ ਪਹਿਲਾਂ ਖਾਲਸੇ ਪੰਥ ਦੇ ਕੋਲ ਗਏ ਹਨ ਤੇ ਖਾਲਸੇ ਪੰਥ ਦਾ ਹੁਕਮ ਲੈ ਕੇ ਫਿਰ ਭਾਈ ਤਾਰੂ ਸਿੰਘ ਜੀ ਕੋਲ ਆਏ ਹਨ। ਕਿਉਂਕਿ ਭਾਈ ਸੁਬੇਗ ਸਿੰਘ ਜੀ ਜਾਣਦੇ ਸਨ ਕਿ ਭਾਈ ਤਾਰੂ ਸਿੰਘ ਜੀ ਨੇ ਖਾਲਸੇ ਪੰਥ ਦੀ ਗੱਲ ਨੂੰ ਨਹੀਂ ਮੋੜਨਾ,
ਪੰਜਾਂ ਪਿਆਰਿਆਂ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ। ਜੋ ਪੰਜਾਂ ਪਿਆਰਿਆਂ ਨੇ ਕਹਿ ਦਿੱਤਾ ਉਸ ਅਨੁਸਾਰ ਹੀ ਭਾਈ ਤਾਰੂ ਸਿੰਘ ਜੀ ਨੇ ਕਰਨਾ ਹੈ। ਇੱਥੇ ਵਿਦਵਾਨ ਦੋ ਰਾਏ ਰੱਖਦੇ ਹਨ। ਪਹਿਲੀ ਰਾਏ ਇਹ ਕਿ ਭਾਈ ਤਾਰੂ ਸਿੰਘ ਜੀ ਦੇ ਕੋਲ ਭਾਈ ਸੁਬੇਗ ਸਿੰਘ ਜੀ ਨਹੀਂ ਆਏ, ਉਹ ਖਾਲਸੇ ਪੰਥ ਤੋਂ ਆਗਿਆ ਲੈ ਕੇ ਉਥੋਂ ਲਿਖਵਾ ਕੇ ਫਿਰ ਭਾਈ ਤਾਰੂ ਸਿੰਘ ਕੋਲ ਆਏ ਹਨ। ਤੇ ਦੂਸਰੀ ਵਿਚਾਰ ਇਹ ਹੈ ਕਿ ਭਾਈ ਸੁਬੇਗ ਸਿੰਘ ਜੀ ਪਹਿਲਾਂ ਭਾਈ ਤਾਰੂ ਸਿੰਘ ਜੀ ਦੇ ਕੋਲ ਆਏ ਹਨ। ਭਾਈ ਤਾਰੂ ਸਿੰਘ ਨੇ ਜਵਾਬ ਦੇ ਦਿੱਤਾ ਅਤੇ ਫਿਰ ਜ਼ਕਰੀਆ ਖਾਨ ਨੇ ਦੁਬਾਰਾ ਤਰਲੇ ਲੈ ਕੇ ਭਾਈ ਸੁਬੇਗ ਸਿੰਘ ਨੂੰ ਖਾਲਸੇ ਪੰਥ ਦੇ ਕੋਲ ਭੇਜਿਆ ਗਿਆ ਤੇ ਫਿਰ ਖਾਲਸੇ ਪੰਥ ਤੋਂ ਹੋ ਕੇ ਭਾਈ ਤਾਰੂ ਸਿੰਘ ਜੀ ਕੋਲ ਆਏ ਹਨ। ਇਹ ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ, ਪਰ ਭਾਈ ਰਤਨ ਸਿੰਘ ਜੀ ਦੇ ਮੁਤਾਬਕ ਭਾਈ ਸੁਬੇਗ ਸਿੰਘ ਜੀ ਉਹ ਸਿੱਧੇ ਭਾਈ ਤਾਰੂ ਸਿੰਘ ਜੀ ਦੇ ਕੋਲ ਆਏ ਹਨ ਤੇ ਭਾਈ ਤਾਰੂ ਸਿੰਘ ਜੀ ਕੋਲ ਆ ਕੇ ਆਪਣੀ ਗੱਲ ਸਾਰੀ ਰੱਖ ਦਿੱਤੀ, ਜੋ ਕੁਝ ਜ਼ਕਰੀਆ ਖਾਨ ਨੇ ਕਿਹਾ ਅਤੇ ਉਦਾਂ ਹੀ ਆ ਕੇ ਭਾਈ ਤਾਰੂ ਸਿੰਘ ਜੀ ਨੂੰ ਫਤਿਹ ਬੁਲਾਈ। ਫਤਿਹ ਬੁਲਾਉਣ ਤੋਂ ਬਾਅਦ ਜ਼ਕਰੀਆ ਖਾਨ ਦੀ ਸਾਰੀ ਗੱਲ ਭਾਈ ਤਾਰੂ ਸਿੰਘ ਜੀ ਨੂੰ ਦੱਸ ਦਿੱਤੀ। ਅਗਿਓ ਤਾਰੂ ਸਿੰਘ ਕਹੀ ਫਰਮਾਇਸ਼ ਦੁਸ਼ਟਨ ਲਿਆਏ। ਅੱਗਿਓ ਤਾਰੂ ਸਿੰਘ ਕਹੀ ਫਰਮਾਇਸ਼ ਦੁਸ਼ਟਨ ਲਿਆਏ। ਫਿਰ ਅੱਗਿਓ ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਹੈ, ਸੁਬੇਗ ਸਿੰਘ ਜੀ ਇੱਕ ਦੁਸ਼ਟ ਬਿਰਤੀ ਵਾਲੇ ਪਾਪੀ ਬੰਦੇ ਦੀ ਤੂੰ ਸਿਫਾਰਿਸ਼ ਲੈ ਕੇ ਆਇਆ ਵਾ, ਮੈਂ ਉਸ ਦੁਸ਼ਟ ਪਾਪੀ ਦੇ ਲਈ ਕੁਝ ਵੀ ਨਹੀਂ ਕਰ ਸਕਦਾ। ਚੌਪਈ ਜੋ ਸਿੰਘ ਹਮ ਪੈ ਸਿਰ ਕਮ ਆਵੇ। ਜੋ ਸਿੱਖ ਹਮ ਪੈ ਸਿੱਖ ਕਮ ਆਵੇ। ਹਾਂ, ਜੇ ਤੂੰ ਕਿਸੇ ਸਿੱਖ ਵਾਸਤੇ ਆਉਂਦਾ, ਜੇ ਕਿਤੇ ਸਿੱਖ ਦਾ ਕੋਈ ਕਾਰਜ ਅੜਿਆ ਹੁੰਦਾ, ਸਿੱਖ ਵਾਸਤੇ ਮੇਰੇ ਕੋਲ ਕਿਸੇ ਵੀ ਪ੍ਰਕਾਰ ਦਾ ਕੰਮ ਕਰਾਉਣਾ ਹੁੰਦਾ ਤਾਂ ਮੈਂ ਉਹ ਹੱਸ ਕੇ ਕਰ ਦੇਣਾ ਸੀ। ਹਮਰੇ ਜਾਮ ਕੀ ਬਨਹਿ ਬਣਾਵੇ। ਹਮਰੇ ਜਾਮ ਕੀ ਪਨਹੀ ਬਣਾਵੇ। ਪਨਹੀ ਤੋਂ ਭਾਵ ਹੁੰਦਾ ਹੈ ਜੁੱਤੀ। ਇਤੋਂ ਤੱਕ ਕਹਿ ਲੱਗਾ ਭਾਈ ਤਾਰੂ ਸਿੰਘ ਜੀ, ਸੁਬੇਗ ਸਿੰਘ ਜੀ ਸਿੱਖ ਵਾਸਤੇ ਮੈਂ ਆਪਣੇ ਚੰਮ ਦੀ ਪਨਹੀ ਬਣਾ ਕੇ ਜੁੱਤੀ ਬਣਾ ਕੇ ਉਸ ਸਿੱਖ ਦੇ ਪੈਰਾਂ ਵਿੱਚ ਪਾਉਣ ਨੂੰ ਵੀ ਤਿਆਰ ਹਾਂ, ਪਰ ਜਿਹੜਾ ਆ ਦੁਸ਼ਟ ਪਾਪੀ ਹੈ ਇਹਦੇ ਵਾਸਤੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ। ਸਿੱਖ ਕਾਰਨ ਪਗ ਧਰੈ ਸੋ ਧਰਨ। ਸਿੱਖ ਕਾਰਨ ਪਗ ਧਰੇ ਸੋ ਧਰਨ। ਸਿੱਖ ਦੇ ਕਾਰਜ ਵਾਸਤੇ ਮੈਂ ਚੱਲ ਕੇ ਉਹਦੇ ਕੋਲ ਜਾ ਸਕਦਾ ਹਾਂ, ਮੈਂ ਧਰਤੀ ਤੇ ਤੁਰ ਕੇ ਉਹਦੇ ਕੋਲ ਜਾ ਸਕਦਾ ਹਾਂ। ਸਿੱਖ ਵਾਸਤੇ ਮੈਂ ਕੋਈ ਵੀ ਉਪਰਾਲਾ ਕਰ ਸਕਦਾ ਹਾਂ। ਹਮ ਧਾਰੈ ਸੇ ਉਸਕੋ ਚਰਨ। ਹਮ ਧਾਰੇ ਸਿੱਖ ਉਸਕੋ ਚਰਨ। ਤੇ ਮੈਂ ਆਪਣਾ ਸੀਸ ਜਾ ਕੇ ਉਸ ਸਿੱਖ ਦੇ ਚਰਨਾਂ ਦੇ ਵਿੱਚ ਵੀ ਰੱਖ ਸਕਦਾ ਹਾਂ। ਨਵਾਬ ਜੋਗ ਵਗਨੀ ਵਗ ਗਈ। ਨਵਾਬ ਜੋਗ ਵਗਨੀ ਵਗ ਗਈ। ਤੇ ਨਵਾਬ ਵਾਸਤੇ ਜੋ ਬਚਨ ਪ੍ਰਮਾਤਮਾ ਨੇ ਰਸਨਾ ਤੋਂ ਕਢਾਏ ਹਨ, ਕਿਉਂਕਿ ਹੁਣ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਉ। ਜਿਉ ਬੁਲਾਵੈ ਤਿਉ ਬੋਲਾ ਸੁਆਮੀ, ਕੁਦਰਤ ਕਵਣ ਹਮਾਰੀ। ਜੋ ਕੁਝ ਪ੍ਰਮਾਤਮਾ ਨੇ ਮੇਰੀ ਰਸਨਾ ਤੋਂ ਬੁਲਾਉਣਾ ਸੀ ਉਹ ਕੁਝ ਹੁਣ ਬੋਲਿਆ ਗਿਆ ਹੈ, ਉਹ ਕੁਝ ਹੁਣ ਮੇਰੀ ਰਸਨਾ ਤੋਂ ਵਗ ਗਿਆ ਹੈ ਤੇ ਉਹ ਹੁਣ ਪ੍ਰਮਾਤਮਾ ਦੀ ਖੇਡ ਹੈ, ਜੋ ਪ੍ਰਮਾਤਮਾ ਨੇ ਖੇਡ ਵਰਤਾ ਦਿੱਤੀ ਹੈ। ਇਸ ਕਰਕੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ। ਸਿਫਾਰਿਸ਼ ਦੁਸ਼ਟਨ ਕੋ ਚਾਹੀਅਤ ਕਹੀ। ਸਿਫਾਰਿਸ਼ ਦੁਸ਼ਟ ਨਾ ਚਾਹੀਅਤ ਕਹੀ। ਕਦੇ ਵੀ ਦੁਸ਼ਟ ਵਾਸਤੇ ਸਿਫਾਰਿਸ਼ ਨਹੀਂ ਲਿਆਉਣੀ ਚਾਹੀਦੀ, ਕਿਉਂਕਿ ਦੁਸ਼ਟ ਬੰਦਾ ਉਹ ਕਦੇ ਵੀ ਸੁਧਰਨ ਵਾਲਾ ਨਹੀਂ। ਉਹਦੇ ਕੁੱਤੇ ਦੀ ਪੂਛ ਵਰਗਾ ਹੈ। ਜਿਵੇਂ ਕੁੱਤੇ ਦੀ ਪੂਛ ਜਿੰਨੀ ਮਰਜ਼ੀ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਕਦੀ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ। ਦੁਸ਼ਟ ਬਿਰਤੀ ਵਾਲਾ ਪਾਪੀ ਬੰਦਾ ਜਿਹੜਾ ਹੈ ਉਹ ਜਿਹੜਾ ਕਦੇ ਵੀ ਜਿਹੜਾ ਸਿੱਧਾ ਨਹੀਂ ਹੋ ਸਕਦਾ। ਸਿੱਖ ਪਰ ਹਮਰੋ ਨਾਹਿ ਵਸਾਏ। ਸਿੱਖ ਪਰ ਹਮਰੋ ਨਾਹਿ ਵਸਾਏ। ਸਿੱਖ ਉੱਤੇ ਮੈਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ, ਆਪਣਾ ਵਾਰਨ ਨੂੰ ਤਿਆਰ ਹਾਂ, ਪਰ ਉਹਦੇ ਵਾਸਤੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ। ਔਰ ਕਰੈ ਸਕ ਉਸਕੇ ਜਾਏ। ਔਰ ਕਰੇ ਸੰਗ ਉਸਕੇ ਜਾਏ। ਕਿਉਂਕਿ ਜਿਹੜਾ ਅਜਿਹੇ ਦੁਸ਼ਟ ਪਾਪੀ ਦਾ ਸੰਗ ਕਰਦਾ ਹੈ ਉਹ ਵੀ ਮਨੁੱਖ ਉਹਦੇ ਵਰਗਾ ਹੀ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਵੀ ਕਿਹਾ ਹੈ ਕਿ ਅਜਿਹੀ ਬਿਰਤੀ ਵਾਲੇ ਬੰਦੇ ਤੋਂ ਦੂਰ ਹੀ ਰਹਿਣਾ ਹੈ, ਜਿਹੜਾ ਦੁਸ਼ਟ ਬਿਰਤੀ ਵਾਲਾ ਹੈ, ਕਿਉਂਕਿ ਅਜਿਹਾ ਪਾਪੀ ਬੰਦਾ ਆਪਣੇ ਤੇ ਕਲੰਕ ਲਵਾਉਂਦਾ ਹੀ ਲਵਾਉਂਦਾ ਹੈ। ਤੇ ਜਿਹੜਾ ਇਹਦਾ ਸੰਗ ਕਰਦਾ ਹੈ, ਇਹਦੇ ਕੋਲ ਰਹਿੰਦਾ ਹੈ, ਉਹਨੂੰ ਵੀ ਆਪਣੇ ਵਰਗਾ ਕਲੰਕਿਤ ਬਣਾ ਦਿੰਦਾ ਹੈ। ਤੇ ਭਗਤ ਕਬੀਰ ਜੀ ਨੇ ਇਸੇ ਕਰਕੇ ਵਰਜਦਿਆਂ ਹੋਇਆ ਬਚਨ ਕਿਹਾ ਹੈ
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇੱਕ ਬਚਨ ਕਿਹਾ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ, ਝੂਠੇ ਕੀਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਖਤ ਸੰਗ ਨਾ ਛੁਟਕੀ ਰੇ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਕਹਿੰਦੇ ਹਨ ਕਿ ਅਜਿਹੇ ਪਾਪੀ ਦੇ ਨਾਲ ਦੂਰ ਹੀ ਰਹਿਣਾ ਚਾਹੀਦਾ ਹੈ। ਸੁਬੇਗ ਸਿੰਘ ਆਦਿਓ ਜਵਾਬ, ਸੁਬੇਗ ਸਿੰਘ ਆਦਿਓ ਜਵਾਬ, ਭਾਈ ਸੁਬੇਗ ਸਿੰਘ ਨੇ ਜੋ ਕੁਝ ਭਾਈ ਤਾਰੂ ਸਿੰਘ ਜੀ ਨੇ ਕਿਹਾ ਉਹ ਸਾਰਾ ਕੁਝ ਆ ਕੇ ਭਾਈ ਰਤਨ ਭਾਈ ਸੁਬੇਗ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਸੁਣਾ ਦਿੱਤਾ। ਬਹੁਤ ਦੁਖੀ ਅਬ ਭਇਓ ਨਵਾਬ, ਬਹੁਤ ਦੁਖੀ ਅਬ ਭਇਓ ਨਵਾਬ। ਸੁਬੇਗ ਸਿੰਘ ਦਾ ਵੀ ਜਵਾਬ ਸੁਣ ਕੇ ਜਿਹੜਾ ਨਵਾਬ ਹੈ ਬਹੁਤ ਜ਼ਿਆਦਾ ਦੁਖੀ ਹੋਇਆ, ਕਿਉਂਕਿ ਇੱਕੋ ਇੱਕ ਆਸ ਸੀ ਭਾਈ ਸੁਬੇਗ ਸਿੰਘ ਤੇ ਭਾਈ ਸੁਬੇਗ ਸਿੰਘ ਵੀ ਜ਼ਕਰੀਆ ਖਾਨ ਵਾਸਤੇ ਕੁਝ ਨਹੀਂ ਕਰ ਸਕਿਆ, ਜਿਹਦੇ ਕਰਕੇ ਹੁਣ ਹੋਰ ਵੀ ਜ਼ਿਆਦਾ ਦੁੱਖ ਨਵਾਬ ਨੂੰ ਲੱਗਾ ਹੈ। ਤੇ ਜਿਹੜਾ ਅੰਦਰ ਦਾ ਰੋਗ ਲੱਗਾ ਹੋਇਆ ਪਿਸ਼ਾਬ ਦਾ ਬੰਨ, ਤੇ ਉਹ ਜ਼ਹਿਰ ਜਿਹੜਾ ਅੰਦਰ ਫੈਲਦਾ ਜਾ ਰਿਹਾ ਹੈ। ਜੋ ਜੋ ਕਰੇ ਹਕੀਮੀ ਲੋਗ, ਜਿਉਂ ਜਿਉਂ ਕਰੇ ਹਕੀਮੀ ਲੋਗ, ਇਥੋਂ ਤੱਕ ਫਿਰ ਹੁਣ ਵੈਦ ਵੀ ਸੱਦੇ ਗਏ ਹਨ। ਹਰੇਕ ਕਿਸਮ ਦਾ ਵੈਦ ਸੱਦਿਆ ਗਿਆ ਹੈ ਤੇ ਵੈਦਾਂ ਨੇ ਆਪਣਾ ਜ਼ੋਰ ਲਾਉਣਾ ਸ਼ੁਰੂ ਕੀਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਦਾ ਇਲਾਜ ਕਰ ਦਿੱਤਾ ਜਾਵੇ, ਇਹਨੂੰ ਬਚਾ ਲਿਆ ਜਾਵੇ। ਤੇ ਵੈਦਾਂ ਨੇ ਪੂਰਾ ਜ਼ੋਰ ਲਾ ਲਿਆ ਹੈ, ਹਰੇਕ ਪ੍ਰਕਾਰ ਦੀ ਜੜੀ ਬੂਟੀ ਦੇ ਕੇ ਵੇਖ ਲਈ ਹੈ, ਹਰੇਕ ਪ੍ਰਕਾਰ ਦੀ ਦਵਾਈ ਦੇ ਕੇ ਵੇਖ ਲਈ ਹੈ, ਪਰ ਕਿਸੇ ਵੀ ਬੰਨਿਓ ਜੜੀ ਬੂਟੀ ਦੇ ਨਾਲ ਦਵਾਈ ਦੇ ਨਾਲ ਵੀ ਜਿਹੜਾ ਇਲਾਜ ਨਹੀਂ ਹੋ ਰਿਹਾ, ਕਿਉਂਕਿ ਕਿਸੇ ਵੇਲੇ ਰੋਗ ਅਜਿਹਾ ਲੱਗ ਜਾਂਦਾ ਹੈ ਵੱਡੇ ਤੋਂ ਵੱਡਾ ਡਾਕਟਰ ਵੀ ਜਿਹੜਾ ਹੈ ਉਹ ਹੱਥ ਖੜੇ ਕਰ ਜਾਂਦਾ ਹੈ। ਇਤੋਂ ਤੱਕ ਜਿੱਦਾਂ ਕੈਂਸਰ ਵਾਲੀ ਬਿਮਾਰੀ ਹੈ, ਉਹ ਭਾਵੇਂ ਡਾਕਟਰ ਕਈ ਆਪਰੇਸ਼ਨ ਕਰ ਦਵੇ ਪਰ ਉਹ ਅੰਤ ਵਾਸਤੇ ਹੱਥ ਖੜੇ ਕਰ ਦਿੰਦਾ ਹੈ ਕਿ ਮੈਂ ਇਹਨੂੰ ਹੁਣ ਬਚਾ ਨਹੀਂ ਸਕਦਾ। ਹੁਣ ਇਹ ਤੇ ਦਵਾਈ ਕੋਈ ਅਸਰ ਨਹੀਂ ਕੰਮ ਕਰ ਰਹੀ, ਦਵਾਈਆਂ ਸਾਰੀਆਂ ਫੇਲ ਹੋ ਰਹੀਆਂ ਹਨ, ਆਪਰੇਸ਼ਨ ਸਾਰੇ ਫੇਲ ਹੋ ਰਹੇ ਹਨ, ਮੈਂ ਹੁਣ ਇਹਨੂੰ ਨਹੀਂ ਬਚਾ ਸਕਦਾ। ਕਿਉਂਕਿ ਰੋਗ ਕਿਸੇ ਵੇਲੇ ਜਦੋਂ ਅਜਿਹਾ ਲੱਗ ਜਾਵੇ ਤੇ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਹਨ। ਤੇ ਜ਼ਕਰੀਆ ਖਾਨ ਨੂੰ ਵੀ ਸਮਝ ਲਓ ਇਦਾਂ ਦਾ ਹੀ ਰੋਗ ਹੈ। ਹਰੇਕ ਵੈਦ ਨੇ ਹੱਥ ਖੜਾ ਕਰ ਦਿੱਤਾ ਕਿ ਹੁਣ ਸਾਡੇ ਪੇਸ਼ ਕੋਈ ਨਹੀਂ ਚੱਲਦੀ, ਅਸੀਂ ਤੇ ਆਪਣਾ ਜ਼ੋਰ ਲਾ ਕੇ ਵੇਖ ਲਿਆ ਹੈ, ਦਵਾਈ ਦੇ ਕੇ ਵੇਖ ਲਈ ਹੈ, ਇਹਦਾ ਪਰਹੇਜ਼ ਰਖਾ ਕੇ ਵੇਖ ਲਿਆ ਹੈ, ਇਹਦਾ ਇਲਾਜ ਕਰਕੇ ਵੇਖ ਲਿਆ ਹੈ, ਪਰ ਕਿਸੇ ਬੰਨਿਓ ਵੀ ਇਹਨੂੰ ਰਾਹਤ ਨਹੀਂ ਮਿਲ ਰਹੀ, ਕਿਸੇ ਬੰਨਿਓ ਵੀ ਇਹਨੂੰ ਦੁੱਖ ਵੱਲੋਂ ਨਿਜਾਤ ਨਹੀਂ ਮਿਲ ਰਹੀ। ਨਵਾਬ ਵਿਆਪੇ ਬਹੁਤੋ ਰੋਗ, ਨਵਾਬ ਵਿਆਪੇ ਬਹੁਤੋ ਰੋਗ, ਕਿਉਂਕਿ ਇੱਕ ਰੋਗ ਲੱਗਾ ਹੋਵੇ ਤੇ ਉਹ ਰੋਗ ਸਹੀ ਨਾ ਹੋ ਰਿਹਾ ਹੋਵੇ ਤਾਂ ਫਿਰ ਇੱਕ ਰੋਗ ਦੇ ਵਿੱਚੋਂ ਕਈ ਰੋਗ ਹੋਰ ਜਨਮ ਲੈਂਦੇ ਹਨ, ਇੱਕ ਰੋਗ ਦੇ ਵਿੱਚੋਂ ਕਈ ਬਿਮਾਰੀਆਂ ਫਿਰ ਮਨੁੱਖ ਨੂੰ ਹੋਰ ਲੱਗਦੀਆਂ ਹਨ। ਤੇ ਜ਼ਕਰੀਆ ਖਾਨ ਨੂੰ ਇੱਕ ਬਿਮਾਰੀ ਲੱਗੀ ਹੈ ਪਿਸ਼ਾਬ ਦੀ, ਤੇ ਉਸ ਪਿਸ਼ਾਬ ਦੀ ਬਿਮਾਰੀ ਦੇ ਵਿੱਚੋਂ ਅੰਦਰ ਦੀਆਂ ਕਈ ਹੋਰ ਬਿਮਾਰੀਆਂ ਨੇ ਆ ਕੇ ਘੇਰ ਲਿਆ ਹੈ। ਕਰ ਨਾ ਸਕੇ ਨਵਾਬ ਜੋ ਚੁੱਪ, ਕਰ ਨਾ ਸਕੇ ਨਵਾਬ ਸੋ ਚੁੱਪ। ਹੁਣ ਨਵਾਬ ਜਿਹੜਾ ਚੁੱਪ ਕਰਕੇ ਬੈਠ ਨਹੀਂ ਸਕਦਾ, ਬੜੀ ਉੱਚੀ ਉੱਚੀ ਰੋਂਦਾ ਹੈ। ਦੁੱਖ ਕਰ ਮਾਰੇ ਵੱਡੀ ਸੋ ਕੂਕ, ਦੁੱਖ ਕਰ ਵੱਡੇ ਮਾਰੇ ਸੋ ਵੱਡੀ ਸੋ ਕੂਕ, ਦੁੱਖ ਦੇ ਕਾਰਨ ਬੜੀ ਉੱਚੀ ਉੱਚੀ ਕੂਕਾਂ ਮਾਰਦਾ ਹੈ, ਚੀਕਾਂ ਮਾਰਦਾ ਹੈ। ਸੁਬੇਗ ਸਿੰਘ ਸੋ ਯੋ ਫਿਰ ਕਹਿਓ, ਸੁਬੇਗ ਸਿੰਘ ਸੋ ਜਿਉ ਫਿਰ ਕਹਿਓ, ਉਹ ਆਵਾਜ਼ਾਂ ਉੱਚੀ ਉੱਚੀ ਤੱਕ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਹਨ। ਸਾਰੇ ਕਿਲੇ ਦੇ ਵਿੱਚ ਆਵਾਜ਼ ਸੁਣਾਈ ਦਿੰਦੀ ਹੈ, ਸਾਰਾ ਪਰਿਵਾਰ ਪਰੇਸ਼ਾਨ ਹੈ, ਸਾਰੇ ਇਹਦੇ ਸਿਪਾਹੀ ਪਰੇਸ਼ਾਨ ਹਨ, ਕਾਜੀ ਮੁੱਲਾ ਪਰੇਸ਼ਾਨ ਹਨ। ਤੇ ਜ਼ਕਰੀਆ ਖਾਨ ਜਿਹਨੂੰ ਰੋਗ ਲੱਗਾ ਹੋਊਗੀ, ਜਿਸ ਬੀਤੀ ਜਾਣੇ ਸੋਈ, ਜਿਹਨੂੰ ਰੋਗ ਲੱਗਾ ਉਹ ਤੇ ਬਹੁਤ ਜ਼ਿਆਦਾ ਦੁਖੀ ਹੈ, ਪਰ ਦੁੱਖ ਦੇ ਕਾਰਨ ਚੀਕਾਂ ਮਾਰਦਾ ਹੈ, ਰੋਂਦਾ ਹੈ, ਜਿਹੜੀਆਂ ਲੋਕਾਂ ਨੂੰ ਸੁਣਾਈ ਦਿੰਦੀਆਂ ਹਨ, ਪਰ ਜਿਹੜਾ ਵਾ ਇਲਾਜ ਕਿਸੇ ਬੰਨੇ ਨਹੀਂ ਹੋ ਰਿਹਾ। ਫਿਰ ਇੱਕ ਹੋਰ ਕਾਜੀ ਸਿਆਣਾ ਉਹਨੇ ਆ ਕੇ ਜ਼ਕਰੀਆ ਖਾਨ ਨੂੰ ਇੱਕ ਹੋਰ ਸਲਾਹ ਦਿੱਤੀ ਕਿ ਜ਼ਕਰੀਆ ਖਾਨ ਨਵਾਬ ਜੀ, ਜੇ ਹੁਣ ਤੁਹਾਡਾ ਕਿਸੇ ਬੰਨਿਓ ਨਹੀਂ ਇਲਾਜ ਹੋ ਰਿਹਾ ਤੇ ਫਿਰ ਇੱਕ ਚੀਜ਼ ਹੈ ਜੋ ਤੁਹਾਡਾ ਇਲਾਜ ਕਰ ਸਕਦੀ ਹੈ, ਇੱਕ ਹਸਤੀ ਹੈ ਸੰਸਾਰ ਦੇ ਉੱਤੇ ਜਿਹੜਾ ਤੁਹਾਡਾ ਇਲਾਜ ਕਰ ਸਕਦੀ ਹੈ। ਤੇ ਉਹਨੇ ਜੇ ਹਾਮੀ ਭਰ ਦਿੱਤੀ, ਜੇ ਉਹਨੇ ਤੁਹਾਨੂੰ ਬਖਸ਼ ਦਿੱਤਾ, ਉਸ ਹਸਤੀ ਨੇ ਬਖਸ਼ ਦਿੱਤਾ, ਤੇ ਸਮਝ ਲਓ ਕਿ ਭਾਈ ਤਾਰੂ ਸਿੰਘ ਜੀ ਨੇ ਬਖਸ਼ ਦਿੱਤਾ। ਤੇ ਨਵਾਬ ਕਹਿ ਲੱਗਾ ਉਹ ਕੀ? ਤੇ ਫਿਰ ਉਹ ਕਾਜੀ ਕਹਿੰਦਾ ਉਹ ਹੈ ਖਾਲਸਾ ਪੰਥ, ਕਿਉਂਕਿ ਹੁਣ ਤੁਹਾਨੂੰ
ਨਾ ਤਾਂ ਭਾਈ ਸੁਬੇਗ ਸਿੰਘ ਜੀ ਨੂੰ ਤੁਸੀਂ ਅਜਮਾ ਕੇ ਵੇਖ ਲਿਆ ਹੈ, ਤਾਂ ਭਾਈ ਤਾਰੂ ਸਿੰਘ ਪਾਸ ਭੇਜ ਕੇ ਵੇਖ ਲਿਆ, ਭਾਈ ਤਾਰੂ ਸਿੰਘ ਨੇ ਜਵਾਬ ਦੇ ਦਿੱਤਾ। ਸਿੱਖਾਂ ਨੂੰ ਭੇਜ ਕੇ ਵੇਖ ਲਿਆ ਹੈ, ਭਾਈ ਤਾਰੂ ਸਿੰਘ ਨੇ ਨਾ ਕਰ ਦਿੱਤੇ। ਸਾਡੇ ਕੋਲ ਮੰਤਰ ਪੜ੍ਹਾ ਕੇ ਵੇਖ ਲਏ ਹਨ, ਕੋਈ ਮੰਤਰ ਸ਼ਰੂਤੀ ਨੇ ਕੰਮ ਨਹੀਂ ਕੀਤਾ। ਵੈਦਾਂ ਦੀ ਦਵਾਈ ਨੂੰ ਖਾ ਕੇ ਵੇਖ ਲਿਆ ਹੈ, ਕੰਮ ਨਹੀਂ ਕੀਤਾ। ਪਰ ਹੁਣ ਇੱਕ ਚੀਜ਼ ਹੈ, ਉਹ ਹੈ ਖਾਲਸਾ ਪੰਥ ਦੀ ਸ਼ਰਨ। ਖਾਲਸੇ ਪੰਥ ਦੀ ਸ਼ਰਨ ਵਿੱਚ ਚਲੇ ਜਾਵੋ ਤੇ ਖਾਲਸੇ ਪੰਥ ਨੂੰ ਦੁੱਖ ਸੁਣਾਵੋ। ਖਾਲਸਾ ਪੰਥ ਹੀ ਹੁਣ ਤੁਹਾਨੂੰ ਬਚਾ ਸਕਦਾ ਹੈ, ਹੋਰ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੈ। ਤੇ ਜ਼ਕਰੀਆ ਖਾਨ ਜਦੋਂ ਖਾਲਸੇ ਪੰਥ ਦੀ ਗੱਲ ਨੂੰ ਸੁਣਿਆ ਤੇ ਰੋਗ ਤੋਂ ਨਿਜਾਤ ਪਾਉਣ ਵਾਸਤੇ ਫਿਰ ਭਾਈ ਸੁਬੇਗ ਸਿੰਘ ਨੂੰ ਸੱਦਿਆ, ਕਿਉਂਕਿ ਜ਼ਕਰੀਆ ਖਾਨ ਆਪ ਨਹੀਂ ਜਾ ਸਕਦਾ ਤੇ ਨਾ ਹੀ ਜਾਣ ਦੀ ਹਾਲਤ ਹੈ ਉਹਦੀ। ਨਾ ਕੋਈ ਉਹਦਾ ਸਿਪਾਹੀ ਖਾਲਸੇ ਪੰਥ ਕੋ ਜਾ ਸਕਦਾ ਹੈ, ਨਾ ਕੋਈ ਕਾਜੀ ਮੁੱਲਾ ਜਾ ਸਕਦਾ ਹੈ, ਪਰ ਜਾ ਸਕਦਾ ਤੇ ਕੇਵਲ ਭਾਈ ਸੁਬੇਗ ਸਿੰਘ। ਅੱਜ ਫਿਰ ਭਾਈ ਸੁਬੇਗ ਸਿੰਘ ਨੂੰ ਦੁਬਾਰਾ ਆਪਣੇ ਕੋਲ ਬੁਲਾਇਆ ਭਾਈ ਰਤਨ ਸਿੰਘ ਜੀ ਦੇ ਮੁਤਾਬਕ, ਤੇ ਆ ਕੇ ਫਿਰ ਤਰਲੇ ਲਏ ਹਨ ਜ਼ਕਰੀਆ ਖਾਨ ਨੇ। ਤੇ ਜ਼ਕਰੀਆ ਖਾਨ ਕਹਿਣ ਲੱਗਾ, ਸੁਬੇਗ ਸਿੰਘ ਜੀ ਹੁਣ ਭਾਈ ਤਾਰੂ ਸਿੰਘ ਜੀ ਕੋਲ ਨਹੀਂ, ਹੁਣ ਤੁਸੀਂ ਖਾਲਸੇ ਪੰਥ ਦੇ ਕੋਲ ਜਾਓ, ਖਾਲਸਾ ਪੰਥ ਹੀ ਹੁਣ ਬਚਾ ਸਕਦਾ ਹੈ। ਤੇ ਭਾਈ ਸੁਬੇਗ ਸਿੰਘ ਫਿਰ ਕਿਵੇਂ ਖਾਲਸੇ ਪੰਥ ਕੋਲ ਆਉਂਦੇ ਹਨ ਤੇ ਕਿਵੇਂ ਬੇਨਤੀ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।